ਅਸੀਂ ਵਲੀਮੇ ਵਿੱਚ ਵੜ ਤੇ ਆਏ ਆ ਪਰ ਕਿਸੇ ਵੇਖ ਲਿਆ ਨਾ ਤਾਂ ਫੜੇ ਜਾ ਸੰਗੇ ਆ ਵਜਨੇ ਦੀ ਤਿਆਰੀ ਨਾਲ ਰੱਖੋ। ਓਏ ਤੂੰ ਟੈਨਸ਼ਨ ਨਾ ਲੈ, ਮੈਂ ਬੜੇ ਬੜੇ ਵਲੀਮੇ ਫ੍ਰੀ ਦੇ ਖਾਦੇ ਨੇ, ਆਰਾਮ ਨਾਲ ਜਾਣਾ। ਪਤਾ ਨਾ ਪੁੱਛਦੇ ਨੇ ਤੁਸੀਂ ਕਿੱਥੋਂ ਆਏ ਹੋ, ਕੁੜੀ ਵਾਲੇ ਆਏ ਹੋ ਕਿ ਮੁੰਡੇ ਵਾਲੇ। ਸਾਡਾ ਕੰਮ ਪਤਾ ਕੀ ਹੈ, ਜਾਣੇ ਹੀ ਪੁੱਛ ਲੈਣਾ, ਆਪ ਹੀ ਪੁੱਛ ਲੈਣਾ। ਅੱਛਾ ਅਸੀਂ ਆਪ ਹੀ ਪੁੱਛ ਲੈਣਾ ਕਿ ਕਿੱਥੋਂ ਆਏ ਆ ਤੇ ਬੰਦੇ ਫਿਰ ਸਾਡੇ ਕੋਲੋਂ ਨਹੀਂ ਪੁੱਛਣਗੇ ਤੇ ਅਸੀਂ ਆਪ ਫ੍ਰੀ ਖਾਣ ਆਏ ਹੋ ਯਾ। ਵਾਹ ਵਾਹ ਯਾਰ ਵਾਹ ਯਾਰ। ਹੁਣ ਮੈਂ ਤੈਨੂੰ ਡੈਮੋ ਵਿਖਾਵਾਂ, ਵੇਖੀ। ਓ ਭਾਈ ਓਏ ਗੱਲ ਸੁਣ, ਉਰੇ ਆ। ਹਾਂ ਵੀ ਕੁੜੀ ਵਾਲੋਂ ਆਇਆ ਮੁੰਡੇ ਵਾਲੋਂ? ਮੈਂ ਮੁੰਡੇ ਵਾਲੋਂ ਆਇਆ ਹਾਂ। ਅਲਾ ਲਾ ਚੱਲ ਠੀਕ ਹੈ ਠੀਕ ਹੈ। ਉਹ ਬਾਬਾ ਤੇ ਕੰਮ ਬੜਾ ਫੇਟੀ। ਵਾਹ ਮੈਂ ਵੀ ਕਰਦਾ। ओ भाईजान गाल सुन, हाँ किस साइडों आया, कुड़ी वालों का मुंडे वालों? भाई जी मुंडे वालों। अला अला ठीक है जा जा शाबाश। ए तो काम ठीक है, आ जा जल्दी कर। वाह यार इंज कोई पुछदा कोई नहीं। वाह ए भी फेट है काम, ए कोलो भी पुछदा। ओ भाईजान किदे वालों आई हो, कुड़ी वालों मुंडे वालों? कुड़ी वालों। अच्छा ठीक है बैठो बैठो शाबाश। और किदे कोलो पूछा, ए कोलो पुछदा। हां वे किस पासों आए हैं, कुड़ी वालों आए हैं मुंडे वालों आए हैं? बोलता क्यों नहीं पिया, बोल ना। ओ भूकी दूल्हा ही दूल्हा। अस्सलाम वालेकुम भाईजान। दुनिया तो रुखसत हो रहा ते अपना ख्याल रखी ते मेरे वास्ते दुआवां करी। बाबा जी तुसी जा रहे हो? मेरा टाइम पूरा हो गया, अल्लाह मैंने बुला लिया अपने को। बाबा जी फिर जांदे जांदे मैंने कोई अच्छी सी नसीहत ही दे जाओ। आज तन बड़ी वड्डी सीख देन लगा, कदी भी अपने घर बिल्ली ना पाली। हैं ਇਹ ਕਿਹੜੀ ਸੀਖ ਹੈ, ਕਦੀ ਬਿੱਲੀ ਨਾ ਪਾਲੀ। ਇਹ ਬਾਬੇ ਹੋਰ ਕੀ ਕਹਿ ਗਏ ਨੇ, ਮੈਨੂੰ ਤੇ ਸਮਝ ਨਹੀਂ ਆਈ। ਕੀ ਮਤਲਬ ਹੈ ਇਹਦਾ ਕਿ ਘਰ ਵਿੱਚ ਬਿੱਲੀ ਨਾ ਪਾਲੀ? ਉਹ ਹਾਂ ਜਾ ਕੇ ਨਾ ਬਾਬੇ ਦੇ ਦੂਸਰੇ ਸ਼ਾਗਿਰਦ ਕੋਲ ਪਤਾ। अस्सलाम वालेकुम भाई जान। भाई जी तुसी भी ਉਹ ਪੀਰ ਹੋਰਾਂ ਦੇ ਸ਼ਾਗਿਰਦ ਹੋ ਨਾ ਜਿਹੜੇ ਕੱਲ ਗੁਜ਼ਰ ਗਏ ਨੇ? जी मैं शागिर्द हूं ना। ਭਾਈ ਜੀ ਜਾਂਦੇ ਜਾਂਦੇ ਉਹ ਮੈਨੂੰ ਕਹਿ ਗਏ ਨੇ ਕਿ ਕਦੀ ਵੀ ਘਰ ਵਿੱਚ ਬਿੱਲੀ ਨਾ ਪਾਲੀ। ਕੀ ਮਤਲਬ ਹੈ ਇਹਦਾ? ਆ ਤੇ ਬਾਬੇ ਹੋਰੇ ਬਿਲਕੁਲ ਸਹੀ ਆ ਗਏ ਨੇ। ਕਿਵੇਂ? ਇਹ ਬੜੀ ਪੁਰਾਣੀ ਗੱਲ ਹੈ। ਬਾਬੇ ਹੋਰੇ ਜਦੋਂ ਜਵਾਨ ਹੁੰਦੇ ਹਨ ਨਾ ਤੇ ਬਾਬੇ ਹੋਰਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਚੂਹੇ ਹੁੰਦੇ ਆ। ਫਿਰ ਬਾਬੇ ਹੋਰਾਂ ਚੂਹਿਆਂ ਨੂੰ ਮਾਰਨੇ ਵਾਸਤੇ ਇੱਕ ਬਿੱਲੀ ਪਾਲ ਲਈ। ਲੇਕਿਨ ਮਸਲਾ ਇਹ ਆਈ ਕਿ ਬਿੱਲੀ ਨੂੰ ਦੁੱਧ ਚਾਹੀਦਾ ਹੁੰਦਾ। ਜਦੋਂ ਆਸ-ਪਾਸ ਦੇ ਗਾਂਵ ਵਾਲਿਆਂ ਵੇਖਿਆ ਤੇ ਉਹਨਾਂ ਬਾਬੇ ਨੂੰ ਮੱਝ ਲੈ ਦਿੱਤੀ। ਹੁਣ ਮੱਝ ਦੁੱਧ ਦਿੰਦੀ ਆਈ, ਦੁੱਧ ਬਿੱਲੀ ਪੀਂਦੀ ਆਈ ਤੇ ਬਿੱਲੀ ਚੂਹੇ ਮਾਰਦੀ। ਫਿਰ ਇੱਕ ਹੋਰ ਮਸਲਾ ਆਇਆ ਕਿ ਮੱਝ ਨੂੰ ਪੇਟ ਭਰਨੇ ਵਾਸਤੇ ਚਾਰਾ ਚਾਹੀਦਾ ਹੁੰਦਾ। ਜਦੋਂ ਗਾਂਵ ਵਾਲਿਆਂ ਵੇਖਿਆ ਤੇ ਉਹਨਾਂ ਬਾਬੇ ਹੋਰਾਂ ਨੂੰ ਇੱਕ ਜ਼ਮੀਨ ਲੈ ਦਿੱਤੀ। ਹੁਣ ਜ਼ਮੀਨ ਚੋਂ ਘਾਸ ਬਣਦਾ ਆਈ, ਘਾਸ ਮੱਝ ਖਾਂਦੀ ਆਈ, ਮੱਝ ਦੁੱਧ ਦਿੰਦੀ ਆਈ, ਦੁੱਧ ਬਿੱਲੀ ਪੀਂਦੀ ਆਈ ਤੇ ਬਿੱਲੀ ਚੂਹੇ ਮਾਰਦੀ ਆਈ। ਫਿਰ ਇੱਕ ਹੋਰ ਮਸਲਾ ਆ ਗਿਆ, ਜ਼ਮੀਨ ਦੀ ਦੇਖਭਾਲ ਕਰਨਾ, ਪੱਠੇ ਛੱਟੇ ਉਗਾਣਾ, ਉਹ ਕੌਣ ਕਰੇਗਾ? ਇਹ ਵੇਖ ਕੇ ਗਾਂਵ ਵਾਲਿਆਂ ਸੋਚਿਆ ਕਿ ਸਾਡੇ ਗਾਂਵ ਵਿੱਚ ਇੱਕ ਵਿਧਵਾ ਜਿਹੜੀ ਔਰਤ ਹੈ ਉਹਨੂੰ ਆ ਦਿੰਦੇ ਆ ਕਿ ਤੂੰ ਬਾਬੇ ਹੋਰਾਂ ਦੀ ਜ਼ਮੀਨ ਦੀ ਦੇਖਭਾਲ ਕਰਿਆ ਕਰ। ਫਿਰ ਉਹ ਕਰਨ ਲੱਗ ਗਈ। ਫਿਰ ਆਹਿਸਤਾ ਆਹਿਸਤਾ ਬਾਬੇ ਤੇ ਔਰਤ ਦੇ ਦਰਮਿਆਨ ਨਜ਼ਦੀਕੀਆਂ ਵਧਣ ਲੱਗ ਗਈਆਂ। ਜਦੋਂ ਗਾਂਵ ਵਾਲਿਆਂ ਵੇਖਿਆ ਫਿਰ ਉਹਨਾਂ ਆਖਿਆ ਬਾਬਾ ਜੀ ਇਹ ਤੇ ਗਲਤ ਹੈ, ਤੁਹਾਨੂੰ ਤੇ ਹੁਣ ਇਸ ਕੁੜੀ ਨਾਲ ਸ਼ਾਦੀ ਕਰਨੀ ਪੈਣੀ ਹੈ। ਬਾਬੇ ਹੋਰਾਂ ਨੂੰ ਫਿਰ ਮਜਬੂਰਨ ਸ਼ਾਦੀ ਕਰਨੀ ਪਈ। ਜਦੋਂ ਸ਼ਾਦੀ ਹੋਈ ਤੇ ਫਿਰ ਉਹਨਾਂ ਦੇ ਬੱਚੇ ਹੋ ਗਏ। ਬੱਚੇ ਵੱਡੇ ਹੋਏ ਤੇ ਬੱਚਿਆਂ ਦੀ ਸ਼ਾਦੀ ਦੀ ਟੈਨਸ਼ਨ ਬਾਬੇ ਨੂੰ ਪੈ ਗਈ। ਇੰਜ ਕਰਦੇ ਕਰਦੇ ਬਾਬੇ ਦੀ ਪੂਰੀ ਜ਼ਿੰਦਗੀ ਇੱਕ ਬਿੱਲੀ ਦੇ ਚੱਕਰਾਂ ਵਿੱਚ ਬਰਬਾਦ ਹੋ ਗਈ। ਤਾਂ ਬਾਬੇ ਹੋਰਾਂ ਮਰਨੇ ਤੋਂ ਪਹਿਲੇ ਆਖਿਆ ਹੀ ਕਿ ਕਦੀ ਵੀ ਜ਼ਿੰਦਗੀ ਚ ਬਿੱਲੀ ਨਾ ਪਾਲੀ।